ਰਾਧੇ ਰਾਧੇ। ਪੰਜਾਬੀ ਕਹਾਣੀਆਂ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਬਾਕੀ ਕਹਾਣੀਆਂ ਦੀ ਤਰ੍ਹਾਂ ਅੱਜ ਦੀ ਕਹਾਣੀ ਵੀ ਤੁਹਾਨੂੰ ਪਸੰਦ ਆਵੇਗੀ। ਇੱਕ ਤਾਂ ਸ਼ਾਮ ਦਾ ਸਮਾਂ, ਉੱਪਰੋਂ ਟ੍ਰੈਫਿਕ ਬਹੁਤ ਜ਼ਿਆਦਾ। ਜਿਵੇਂ ਤਿਵੇਂ ਕਰਕੇ ਸਿਮਰਨ ਗਲੀਆਂ ਵਿੱਚ ਦੀ ਆਪਣੀ ਸਕੂਟਰੀ ਕੱਢ ਕੇ ਘਰ ਪਹੁੰਚੀ। ਸਿਮਰਨ ਸਕੂਟਰੀ ਬਾਹਰ ਖੜੀ ਕਰਕੇ ਘਰ ਅੰਦਰ ਦਾਖਲ ਹੋ ਹੀ ਰਹੀ ਸੀ ਕਿ ਉਸਨੂੰ ਦੇਖਦੇ ਹੀ ਲੈਪਟਾਪ 'ਤੇ ਕੰਮ ਕਰ ਰਹੇ ਉਸਦੇ ਪਤੀ ਸੁਰਜੀਤ ਨੇ ਕਿਹਾ, ਸਿਮਰਨ, ਤੇਰੀ ਮੰਮੀ ਦਾ ਫੋਨ ਆਇਆ ਸੀ। ਮੰਮੀ ਕਦੋਂ ਦੇ ਤੈਨੂੰ ਫੋਨ ਕਰ ਰਹੇ ਨੇ, ਤੂੰ ਉਹਨਾਂ ਦਾ ਫੋਨ ਕਿਉਂ ਨਹੀਂ ਚੱਕ ਰਹੀ? ਸੁਰਜੀਤ ਸਿੰਘ ਦੀ ਗੱਲ ਸੁਣ ਕੇ ਸਿਮਰਨ ਨੇ ਕਿਹਾ, ਹਾਂ, ਉਹ ਮੈਂ ਸਕੂਟਰੀ ਚਲਾ ਰਹੀ ਸੀ ਅਤੇ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਕਿਵੇਂ ਚੱਕਦੀ, ਤਾਂ ਸੋਚਿਆ ਘਰ ਜਾ ਕੇ ਗੱਲ ਕਰ ਲਵਾਂਗੀ। ਠੀਕ ਹੈ, ਮੰਮੀ ਕਹਿ ਰਹੇ ਸੀ ਕਿ ਉਹ 2 ਦਿਨ ਬਾਅਦ ਇੱਥੇ ਆਉਣ ਵਾਲੇ ਨੇ। ਇੰਨਾ ਕਹਿ ਕੇ ਸੁਰਜੀਤ ਫਿਰ ਆਪਣੇ ਕੰਮ ਵਿੱਚ ਲੱਗ ਗਿਆ, ਪਰ ਸਿਮਰਨ ਉੱਥੇ ਹੀ ਖੜੀ ਰਹਿ ਗਈ। ਉਸੇ ਵਕਤ ਬਾਹਰਲਾ ਦਰਵਾਜ਼ਾ ਖੁੱਲ੍ਹਿਆ। ਉਸਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸਦੀ ਸੱਸ ਕੁਲਜੀਤ ਕੌਰ ਗੁਰਦੁਆਰੇ ਤੋਂ ਹੱਥ ਵਿੱਚ ਕੜਾਹ ਪ੍ਰਸ਼ਾਦ ਲੈ ਕੇ ਘਰ ਵਿੱਚ ਦਾਖਲ ਹੋ ਰਹੀ ਸੀ। ਉਸਦੀ ਨਜ਼ਰ ਸਿਮਰਨ ਨਾਲ ਟਕਰਾਈ ਤਾਂ ਉਹ ਹੱਸ ਪਈ। ਉਸਨੂੰ ਹੱਸਦਾ ਹੋਇਆ ਵੇਖ ਕੇ ਕੁਲਜੀਤ ਕੌਰ ਨੇ ਵੀ ਮੁਸਕਰਾ ਕੇ ਜਵਾਬ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ, ਜੋ ਘਰ ਦੇ ਬਾਹਰ ਬਣਿਆ ਹੋਇਆ ਸੀ। ਉਸੇ ਸਮੇਂ ਸੁਰਜੀਤ ਨੇ ਕਿਹਾ, ਤੂੰ ਹਜੇ ਤੱਕ ਦਰਵਾਜ਼ੇ 'ਤੇ ਹੀ ਖੜੀ ਹੈ, ਅੰਦਰ ਵੀ ਆਏਂਗੀ ਜਾਂ ਨਹੀਂ? ਹਾਂ। ਥੋੜ੍ਹੀ ਦੇਰ ਚੁੱਪ ਖੜੀ ਰਹਿਣ ਤੋਂ ਬਾਅਦ ਸਿਮਰਨ ਆਪਣੇ ਕਮਰੇ ਵਿੱਚ ਗਈ ਤੇ ਆਪਣਾ ਬੈਗ ਮੇਜ਼ ਉੱਤੇ ਰੱਖ ਦਿੱਤਾ ਤੇ ਆਪ ਬੈੱਡ ਉੱਤੇ ਬੈਠ ਗਈ। ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਆਪਣੀ ਮੰਮੀ ਦੇ ਆਉਣ ਦੀ ਖੁਸ਼ੀ ਮਨਾਵੇ ਜਾਂ ਨਾ। ਉਹ ਕਿਵੇਂ ਰਿਐਕਟ ਕਰੇ। ਥੋੜ੍ਹੀ ਦੇਰ ਐਵੇਂ ਹੀ ਬੈਠੀ ਰਹੀ। ਉਸਨੂੰ ਇਸ ਤਰ੍ਹਾਂ ਚੁੱਪ ਹੋਇਆ ਵੇਖ ਕੇ ਸੁਰਜੀਤ ਉਸ ਲਈ ਚਾਹ ਬਣਾ ਕੇ ਕਮਰੇ ਵਿੱਚ ਹੀ ਲੈ ਆਇਆ ਤੇ ਉਸਨੂੰ ਦਿੰਦੇ ਹੋਏ ਬੋਲਿਆ, ਕੀ ਹੋਇਆ, ਇੰਨੀ ਚੁੱਪ ਕਿਉਂ ਹੋ ਗਈ? ਨਹੀਂ, ਮੈਂ ਤਾਂ ਕੁਝ ਵੀ ਨਹੀਂ ਸੀ ਸੋਚ ਰਹੀ। ਅਚਾਨਕ ਹੋਏ ਸਵਾਲ ਤੋਂ ਸਿਮਰਨ ਹੜਬੜਾ ਗਈ। ਉਸਦੀ ਹਾਲਤ ਵੇਖ ਕੇ ਸੁਰਜੀਤ ਸਿੰਘ ਉਸਦੀ ਮਨੋਦਸ਼ਾ ਸਮਝ ਚੁੱਕਿਆ ਸੀ। ਫਿਰ ਵੀ ਉਸਨੂੰ ਤਸੱਲੀ ਦਿੰਦੇ ਹੋਏ ਬੋਲਿਆ, ਦੇਖ ਸਿਮਰਨ, ਤੂੰ ਸਮਝਦਾਰ ਹੈ। ਹੁਣ ਜਿਹੋ ਜਿਹੀ ਵੀ ਹੈ ਉਹ ਤੇਰੀ ਮਾਂ ਹੈ। ਹੁਣ ਉਹਨਾਂ ਨੂੰ ਕਿਵੇਂ ਸੰਭਾਲਣਾ ਹੈ ਇਹ ਤੇਰੇ 'ਤੇ ਨਿਰਭਰ ਕਰਦਾ ਹੈ। ਸੁਰਜੀਤ ਸਿੰਘ ਦੀ ਗੱਲ ਸੁਣ ਕੇ ਸਿਮਰਨ ਚੁੱਪ ਹੋ ਗਈ। ਥੋੜ੍ਹੀ ਦੇਰ ਤੱਕ ਕਮਰੇ ਵਿੱਚ ਚੁੱਪੀ ਛਾਈ ਰਹੀ। ਬਾਹਰ ਕੁਲਜੀਤ ਕੌਰ ਦੇ ਕਮਰੇ ਵਿੱਚੋਂ ਮਸਾਲਾ ਕੁੱਟਣ ਦੀ ਆਵਾਜ਼ ਆਈ। ਸ਼ਾਇਦ ਉਹ ਆਪਣਾ ਖਾਣਾ ਬਣਾ ਰਹੀ ਸੀ। ਉਸ ਦੀ ਆਵਾਜ਼ ਨਾਲ ਦੋਨਾਂ ਦੀ ਤੰਦਰਾ ਟੁੱਟੀ। ਸੁਰਜੀਤ ਸਿੰਘ ਨੇ ਉੱਠ ਕੇ ਉਸਨੂੰ ਚਾਹ ਦਾ ਕੱਪ ਦਿੰਦੇ ਹੋਏ ਕਿਹਾ, ਕੀ ਹੋਇਆ, ਕੀ ਸੋਚ ਰਹੀ ਹੈ ਸਿਮਰਨ? ਕੁਝ ਸੋਚ ਕੇ ਸਿਮਰਨ ਬੋਲੀ, ਸੁਰਜੀਤ, ਕੀ ਕੁਝ ਦਿਨਾਂ ਲਈ ਅਸੀਂ ਮੰਮੀ ਜੀ ਨੂੰ ਦੀਦੀ ਦੇ ਘਰ ਨਹੀਂ ਭੇਜ ਸਕਦੇ? ਉਸ ਦਾ ਸਵਾਲ ਸੁਣ ਕੇ ਸੁਰਜੀਤ ਉਸਨੂੰ ਗੌਰ ਨਾਲ ਵੇਖਣ ਲੱਗਿਆ। ਉਸ ਵੱਲ ਵੇਖ ਕੇ ਸਿਮਰਨ ਫਿਰ ਬੋਲੀ, ਤੁਸੀਂ ਦੀਦੀ ਨਾਲ ਗੱਲ ਕਰੋਗੇ ਤਾਂ ਦੀਦੀ ਜ਼ਰੂਰ ਸਮਝਣਗੇ। ਮੈਂ ਨਹੀਂ ਚਾਹੁੰਦੀ ਕਿ ਪਿਛਲੀ ਵਾਰ ਵਾਂਗੂ ਇਸ ਵਾਰ ਵੀ ਘਰ ਵਿੱਚ ਕੁਝ ਅਜਿਹਾ ਹੋਵੇ। ਠੀਕ ਹੈ, ਮੈਂ ਦੀਦੀ ਨਾਲ ਗੱਲ ਕਰਾਂਗਾ, ਕਹਿ ਕੇ ਸੁਰਜੀਤ ਬਾਹਰ ਚਲਾ ਗਿਆ। ਸਿਮਰਨ ਉਸ ਦਿਨ ਨੂੰ ਯਾਦ ਕਰਨ ਲੱਗੀ ਜਦੋਂ ਵਿਆਹ ਕੇ ਇਸ ਘਰ ਵਿੱਚ ਆਈ ਸੀ। ਘਰ ਵਿੱਚ ਲੈ ਦੇ ਕੇ ਸਿਰਫ 3 ਮੈਂਬਰ ਸੀ, ਕੁਲਜੀਤ ਕੌਰ, ਸੁਰਜੀਤ ਤੇ ਸਿਮਰਨ। ਇੱਕ ਨਣਦ ਵੀ ਸੀ ਜੋ ਕਿ ਵਿਆਹੀ ਹੋਈ ਸੀ। ਕੁਲਜੀਤ ਕੌਰ ਨੇ ਸਿਮਰਨ ਨੂੰ ਬੜੇ ਪਿਆਰ ਨਾਲ ਰੱਖਿਆ, ਉਸਨੂੰ ਆਪਣੀ ਧੀ ਦਾ ਦਰਜਾ ਦਿੱਤਾ। ਕੋਈ ਦੇਖ ਕੇ ਨਹੀਂ ਸੀ ਕਹਿ ਸਕਦਾ ਕਿ ਇਹ ਸੱਸ ਬਹੂ ਨੇ। ਸਭ ਕੁਝ ਬਹੁਤ ਚੰਗਾ ਚੱਲ ਰਿਹਾ ਸੀ ਕਿ ਉਸਦੇ ਵਿਆਹ ਤੋਂ 4 ਮਹੀਨੇ ਬਾਅਦ ਉਸਦੀ ਮੰਮੀ 10 ਦਿਨ ਉਸਦੇ ਕੋਲ ਰਹਿਣ ਆਈ। ਕਿੰਨੀ ਖੁਸ਼ ਸੀ ਉਹ ਉਸ ਦਿਨ ਕਿ ਉਸਦੀ ਮੰਮੀ ਉਸ ਕੋਲ ਆ ਰਹੀ ਹੈ, 10 ਦਿਨ ਉਸ ਕੋਲ ਰਹੇਗੀ। ਉਸਦੀ ਖੁਸ਼ੀ ਵੇਖ ਕੇ ਕੁਲਜੀਤ ਕੌਰ ਤੇ ਸੁਰਜੀਤ ਦੋਵੇਂ ਹੀ ਖੁਸ਼ ਸੀ। ਉਸਦੀ ਹਰ ਇੱਕ ਤਿਆਰੀ ਵਿੱਚ ਕੁਲਜੀਤ ਉਸਦੀ ਪੂਰੀ ਤਰ੍ਹਾਂ ਮਦਦ ਕਰ ਰਹੀ ਸੀ। ਖੈਰ, ਉਸ ਦਿਨ ਸ਼ਾਮ ਨੂੰ ਜਦੋਂ ਸਿਮਰਨ ਦੀ ਮੰਮੀ ਘਰ ਆਈ ਤਾਂ ਕਿੰਨੀ ਦੇਰ ਤੱਕ ਹਾਲ ਵਿੱਚ ਬੈਠ ਕੇ ਉਹ ਸੁਰਜੀਤ ਤੇ ਸਿਮਰਨ ਨਾਲ ਗੱਲਾਂ ਕਰਦੀ ਰਹੀ। ਕੁਲਜੀਤ ਕੌਰ ਵੀ ਉੱਥੇ ਹੀ ਬੈਠੀ ਹੋਈ ਸੀ। ਸਿਮਰਨ ਦੀ ਮੰਮੀ ਦੇ ਰਹਿਣ ਦਾ ਬੰਦੋਬਸਤ ਬਾਹਰ ਵਾਲੇ ਕਮਰੇ ਵਿੱਚ ਕੀਤਾ ਗਿਆ ਸੀ। ਜਦੋਂ ਸਿਮਰਨ ਉਹਨਾਂ ਨੂੰ ਕਮਰੇ ਵਿੱਚ ਛੱਡਣ ਆਈ ਤਾਂ ਮੰਮੀ ਨੇ ਮੂੰਹ ਬਣਾਉਂਦੇ ਹੋਏ ਕਿਹਾ, ਹੇ ਭਗਵਾਨ, ਸਿਮਰਨ, ਤੂੰ ਕਿਵੇਂ ਚੱਲਦੀ ਹੈ ਸਭ ਕੁਝ? ਅਚਾਨਕ ਆਪਣੀ ਮੰਮੀ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਸਿਮਰਨ ਚੌਂਕ ਗਈ ਤੇ ਬੋਲੀ, ਕਿਉਂ, ਕੀ ਹੋ ਗਿਆ ਮੰਮੀ? ਸਿਮਰਨ, ਤੂੰ ਕਿੰਨੀ ਸਿੱਧੀ ਹੈ, ਇਹ ਤਾਂ ਮੈਂ ਬਚਪਨ ਤੋਂ ਜਾਣਦੀ ਸੀ, ਪਰ ਤੂੰ ਬੇਵਕੂਫ ਵੀ ਹੈ, ਇਹ ਮੈਨੂੰ ਅੱਜ ਪਤਾ ਲੱਗਿਆ। ਤੈਨੂੰ ਬਿਲਕੁਲ ਵੀ ਸਮਝ ਨਹੀਂ ਕਿ ਤੇਰੀ ਸੱਸ ਕਿੰਨੀ ਤੇਜ਼ ਹੈ। 1 ਮਿੰਟ ਲਈ ਵੀ ਸਾਨੂੰ ਇਕੱਲੇ ਨਹੀਂ ਛੱਡਿਆ। ਅਸੀਂ ਕੀ ਉਹਨਾਂ ਦੀ ਬੁਰਾਈ ਕਰ ਲੈਂਦੇ? ਉਸ ਦੀ ਗੱਲ ਸੁਣ ਕੇ ਸਿਮਰਨ ਹੱਸਦੇ ਹੋਏ ਬੋਲੀ, ਕੀ ਮੰਮੀ, ਤੁਸੀਂ ਵੀ? ਜਦੋਂ ਘਰ ਵਿੱਚ ਸਾਰੇ ਮੈਂਬਰ ਇਕੱਠੇ ਬੈਠੇ ਨੇ ਤਾਂ ਉਹ ਵੀ ਉੱਥੇ ਹੀ ਬੈਠਣਗੇ। ਉਸ ਦੀ ਗੱਲ ਸੁਣ ਕੇ ਸਿਮਰਨ ਦੀ ਮੰਮੀ ਉਸਨੂੰ ਬੈੱਡ 'ਤੇ ਬਿਠਾਉਂਦੇ ਹੋਏ ਬੋਲੀ,
ਤੂੰ ਤਾਂ ਪੂਰੀ ਪਾਗਲ ਹੈ, ਤੈਨੂੰ ਤਾਂ ਅਕਲ ਹੀ ਨਹੀਂ, ਥੋੜ੍ਹਾ ਦਿਮਾਗ ਲਾ। ਉਹ ਉੱਥੋਂ ਹਿੱਲੀ ਤੱਕ ਨਹੀਂ ਕਿ ਕਿਤੇ ਤੂੰ ਮੇਰੇ ਨਾਲ ਆਪਣੇ ਦਿਲ ਦੀ ਗੱਲ ਨਾ ਕਰ ਲਵੇਂ। ਅਤੇ ਸਭ ਤੋਂ ਬੜੀ ਗੱਲ, ਉਹਨਾਂ ਨੇ ਮੈਨੂੰ ਬਾਹਰ ਵਾਲਾ ਕਮਰਾ ਦਿੱਤਾ। ਇਹੀ ਇੱਜ਼ਤ ਹੈ ਮੇਰੀ ਤੇਰੇ ਘਰ ਵਿੱਚ? ਸਿਮਰਨ ਮੁਸਕਰਾਉਂਦੇ ਹੋਏ ਬੋਲੀ। ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਮੰਮੀ? ਇਹ ਬਾਹਰ ਵਾਲਾ ਕਮਰਾ ਵੀ ਤਾਂ ਇਸੇ ਘਰ ਦਾ ਹਿੱਸਾ ਹੈ। ਤੁਸੀਂ ਨਾ ਕੁਝ ਵੀ ਬੋਲੀ ਜਾ ਰਹੇ ਹੋ। ਸਿਮਰਨ ਦਾ ਜਵਾਬ ਸੁਣ ਕੇ ਉਸਦੀ ਮੰਮੀ ਚੁੱਪ ਹੋ ਗਈ। ਰਾਤ ਦੀ ਰੋਟੀ ਖਾਣ ਲਈ ਜਦੋਂ ਉਹ ਸਾਰੇ ਇਕੱਠੇ ਬੈਠੇ ਤਾਂ ਕੁਲਜੀਤ ਕੌਰ ਸਿਮਰਨ ਦੀ ਮੰਮੀ ਨੂੰ ਬੜੇ ਪਿਆਰ ਨਾਲ ਖਾਣਾ ਖਿਲਾ ਰਹੀ ਸੀ। ਜਦੋਂ ਰਾਤ ਨੂੰ ਸਭ ਸੌਣ ਗਏ ਤਾਂ ਸਿਮਰਨ ਆਪਣੀ ਮੰਮੀ ਕੋਲ ਉਸਦੇ ਕਮਰੇ ਵਿੱਚ ਹੀ ਚਲੀ ਗਈ ਤਾਂ ਉਸਦੀ ਮੰਮੀ ਨੇ ਫੇਰ ਕਿਹਾ, ਸਿਮਰਨ, ਮੈਨੂੰ ਤੇਰੀ ਸੱਸ ਦਾ ਰਵੱਈਆ ਬਿਲਕੁਲ ਚੰਗਾ ਨਹੀਂ ਲੱਗਿਆ। ਮੈਨੂੰ ਖਾਣਾ ਤਾਂ ਇਵੇਂ ਖਿਲਾ ਰਹੀ ਸੀ ਜਿਵੇਂ ਜ਼ਿੰਦਗੀ 'ਚ ਮੈਂ ਕਦੇ ਵਧੀਆ ਰੋਟੀ ਨਾ ਖਾਈ ਹੋਵੇ। ਸਿਮਰਨ ਨੇ ਆਪਣੀ ਮੰਮੀ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਉਹਨਾਂ ਨੂੰ ਸਮਝਾਇਆ, ਮੰਮੀ ਤੁਸੀਂ ਫਿਰ ਉਹੀ ਗੱਲਾਂ ਲੈ ਕੇ ਬੈਠ ਗਏ। ਮੈਂ ਇੱਥੇ ਬਹੁਤ ਖੁਸ਼ ਹਾਂ। ਮੰਮੀ ਜੀ ਮੇਰਾ ਪੂਰਾ ਖਿਆਲ ਰੱਖਦੇ ਨੇ। ਤੁਹਾਨੂੰ ਪਤਾ ਨਹੀਂ ਕਿਉਂ ਸਭ ਕੁਝ ਗਲਤ ਨਜ਼ਰ ਆ ਰਿਹਾ। ਸਿਮਰਨ ਦੀ ਗੱਲ ਸੁਣ ਕੇ ਉਸਦੀ ਮੰਮੀ ਅੱਖਾਂ ਵਿੱਚ ਦਿਖਾਵੇ ਦੇ ਹੰਝੂ ਭਰ ਕੇ ਬੋਲੀ, ਬੇਟਾ ਮੈਂ ਤੇਰਾ ਬੁਰਾ ਤਾਂ ਨਹੀਂ ਚਾਹੁੰਦੀ, ਪਰ ਜੋ ਮੈਨੂੰ ਲੱਗਿਆ ਮੈਂ ਉਹੀ ਕਿਹਾ। ਆਪਣੀ ਮੰਮੀ ਦੀ ਗੱਲ ਸੁਣ ਕੇ ਸਿਮਰਨ ਵੀ ਥੋੜ੍ਹਾ ਉਹਨਾਂ 'ਤੇ ਵਿਸ਼ਵਾਸ ਕਰਨ ਲੱਗੀ। ਆਖਿਰ ਆਪਣੀ ਮਾਂ ਦੀਆਂ ਅੱਖਾਂ ਵਿੱਚ ਆਏ ਹੰਝੂ ਵੇਖ ਕੇ ਕਿਹੜੀ ਧੀ ਉਸਨੂੰ ਗਲਤ ਕਹੇਗੀ। ਇਹਨਾਂ ਸਭ ਗੱਲਾਂ ਦਾ ਅਸਰ ਹੋਣ ਲੱਗਿਆ ਕਿ ਹੁਣ ਸਿਮਰਨ ਕੁਲਜੀਤ ਕੌਰ ਜੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਨਫਿਊਜ਼ ਰਹਿਣ ਲੱਗੀ। ਜਦੋਂ ਤੱਕ ਉਸਦੀ ਮੰਮੀ ਉੱਥੇ ਰਹੀ, ਉਹ ਹਮੇਸ਼ਾ ਕੁਲਜੀਤ ਕੌਰ ਲਈ ਸਿਮਰਨ ਦੇ ਮਨ ਵਿੱਚ ਜ਼ਹਿਰ ਭਰਨ ਦਾ ਕੰਮ ਕਰਦੀ। ਕਦੇ ਉਸਨੂੰ ਕਹਿੰਦੀ ਕਿ ਤੇਰਾ ਕਮਰਾ ਛੋਟਾ ਹੈ ਅਤੇ ਤੇਰੀ ਸੱਸ ਦਾ ਕਮਰਾ ਬੜਾ। ਉਹਨਾਂ ਨੇ ਜਾਣ-ਬੁੱਝ ਕੇ ਤੈਨੂੰ ਛੋਟਾ ਕਮਰਾ ਦਿੱਤਾ ਹੈ। ਕੁਲਜੀਤ ਕੌਰ ਅੱਗੇ ਵੱਧ ਕੇ ਰਸੋਈ 'ਚ ਕੋਈ ਕੰਮ ਕਰਨ ਲੱਗਦੀ ਤਾਂ ਸਿਮਰਨ ਨੂੰ ਕਹਿੰਦੀ ਕਿ ਤੇਰੀ ਸੱਸ ਨੂੰ ਬੁਰਾ ਲੱਗ ਰਿਹਾ ਹੈ ਕਿ ਤੂੰ ਕੰਮ ਛੱਡ ਦਿੱਤਾ ਹੈ, ਇਸ ਲਈ ਆਪ ਕਰਨ ਲੱਗੀ ਹੈ। ਇਹ ਸਭ ਇਹਨਾਂ ਸੱਸਾਂ ਦੇ ਬਹੂਆਂ ਤੋਂ ਕੰਮ ਕਰਾਉਣ ਦੇ ਤਰੀਕੇ ਹੁੰਦੇ ਨੇ। ਜੇ ਕੁਲਜੀਤ ਕੌਰ ਸਿਮਰਨ ਦੇ ਆਫਿਸ ਤੋਂ ਆਉਣ ਤੋਂ ਪਹਿਲਾਂ ਹੀ ਖਾਣਾ ਬਣਾ ਲੈਂਦੀ ਤਾਂ ਸਿਮਰਨ ਦੀ ਮੰਮੀ ਕਹਿੰਦੀ ਕਿ ਆਪਣੇ ਮੁੰਡੇ 'ਤੇ ਆਪਣਾ ਹੱਕ ਜਮਾਉਣਾ ਚਾਹੁੰਦੀ ਹੈ, ਇਸ ਲਈ ਤੇਰੇ ਆਉਣ ਤੋਂ ਪਹਿਲਾਂ ਹੀ ਰੋਟੀ ਬਣਾ ਦਿੰਦੀ ਹੈ ਤਾਂ ਕਿ ਤੂੰ ਆਪਣੇ ਹੱਥਾਂ ਨਾਲ ਸੁਰਜੀਤ ਨੂੰ ਕੁਝ ਬਣਾ ਕੇ ਨਾ ਖਵਾ ਸਕੇ। ਹੌਲੀ ਸਿਮਰਨ 'ਤੇ ਵੀ ਇਹਨਾਂ ਸਾਰੀਆਂ ਗੱਲਾਂ ਦਾ ਅਸਰ ਹੋਣ ਲੱਗਿਆ। ਪਰ ਜਿਸ ਦਿਨ ਸਿਮਰਨ ਦੀ ਮੰਮੀ ਨੇ ਜਾਣਾ ਸੀ, ਉਸ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਸਿਮਰਨ ਦੇ ਘਰ ਦੀ ਸ਼ਾਂਤੀ ਆਖਿਰ ਭੰਗ ਹੋ ਹੀ ਗਈ। ਉਸ ਦਿਨ ਸਿਮਰਨ ਆਪਣੇ ਕਮਰੇ ਦੀ ਸਫਾਈ ਕਰ ਰਹੀ ਸੀ ਤਾਂ ਉਸਦੀ ਮੰਮੀ ਉਸਨੂੰ ਜ਼ਬਰਦਸਤੀ ਆਪਣੇ ਨਾਲ ਬਾਜ਼ਾਰ ਸ਼ਾਪਿੰਗ ਕਰਾਉਣ ਲੈ ਗਈ। ਉਹਨਾਂ ਨੇ ਸ਼ਾਪਿੰਗ ਕਰਨ ਤੋਂ ਬਾਅਦ ਸਾਰਾ ਸਮਾਨ ਉੱਥੇ ਹਾਲ ਵਿੱਚ ਲਿਆ ਕੇ ਰੱਖ ਦਿੱਤਾ। ਉਸ ਵਕਤ ਕੁਲਜੀਤ ਕੌਰ ਜੀ ਨੇ ਉਹਨਾਂ ਨੂੰ ਪਾਣੀ ਪਿਲਾਇਆ ਅਤੇ ਆ ਕੇ ਉੱਥੇ ਬੈਠ ਗਈ ਅਤੇ ਸਮਾਨ ਵੱਲ ਵੇਖਦੇ ਹੋਏ ਬੋਲੀ, ਅੱਜ ਤਾਂ ਲੱਗਦਾ ਤੁਸੀਂ ਦੋਨਾਂ ਨੇ ਪੂਰੀ ਮਾਰਕੀਟ ਹੀ ਖਰੀਦ ਲਈ। ਸਿਮਰਨ, ਤੂੰ ਤਾਂ ਬਹੁਤ ਖਰਚਾ ਕਰਵਾ ਦਿੱਤਾ ਆਪਣੀ ਮੰਮੀ ਦਾ। ਕੁਲਜੀਤ ਕੌਰ ਜੀ ਦਾ ਇੰਨਾ ਕਹਿਣਾ ਹੀ ਸੀ ਕਿ ਸਿਮਰਨ ਦੀ ਮੰਮੀ ਨੇ ਕਿਹਾ, ਭੈਣ ਜੀ ਮੰਨਿਆ ਕਿ ਕੁੜੀ ਦਾ ਵਿਆਹ ਕਰ ਦਿੱਤਾ ਹੈ, ਪਰ ਇੰਨਾ ਹੱਕ ਤਾਂ ਬਣਦਾ ਹੈ ਕਿ ਉਸਨੂੰ ਆਪਣੀ ਮਰਜ਼ੀ ਨਾਲ ਕੁਝ ਲੈ ਕੇ ਦੇ ਸਕਾਂ। ਇੱਕ ਮਾਂ ਆਪਣੀ ਕੁੜੀ ਲਈ ਜਿੰਨਾ ਕਰ ਸਕੇ ਓਨਾ ਘੱਟ ਹੈ। ਉਹਨਾਂ ਦੀ ਗੱਲ ਸੁਣ ਕੇ ਕੁਲਜੀਤ ਕੌਰ ਜੀ ਨੂੰ ਅਜੀਬ ਲੱਗਿਆ, ਪਰ ਉਹ ਚੁੱਪ ਰਹੀ। ਸੁਰਜੀਤ ਆਪਣੇ ਕਮਰੇ 'ਚੋਂ ਬਾਹਰ ਆ ਕੇ ਮਜ਼ਾਕ ਨਾਲ ਬੋਲਿਆ, ਸਿਮਰਨ ਇੰਨਾ ਸਾਰਾ ਸਮਾਨ ਲੈ ਕੇ ਤਾਂ ਆ ਗਈ, ਰੱਖੇਂਗੀ ਕਿੱਥੇ? ਅਜੇ ਤਾਂ ਪਹਿਲਾਂ ਵਾਲਾ ਸਮਾਨ ਹੀ ਕਮਰੇ ਵਿੱਚ ਖਿਲਰਿਆ ਪਿਆ। ਸੁਰਜੀਤ ਦੀ ਗੱਲ ਸੁਣ ਕੇ ਸਿਮਰਨ ਨੇ ਕਿਹਾ, ਮੇਰਾ ਕਮਰਾ ਛੋਟਾ ਜੋ ਹੈ। ਸਿਮਰਨ ਦੀ ਗੱਲ ਸੁਣ ਕੇ ਸੁਰਜੀਤ ਤੇ ਕੁਲਜੀਤ ਕੌਰ ਉਸਨੂੰ ਹੈਰਾਨੀ ਨਾਲ ਵੇਖਣ ਲੱਗੇ। ਸੁਰਜੀਤ ਨੇ ਕਿਹਾ, ਇਸ ਵਿੱਚ ਛੋਟੇ ਜਾਂ ਵੱਡੇ ਕਮਰੇ ਵਾਲੀ ਕਿਹੜੀ ਗੱਲ ਹੋ ਗਈ? ਉਸ ਦੀ ਗੱਲ ਸੁਣ ਕੇ ਸਿਮਰਨ ਆਪਣੀ ਆਵਾਜ਼ ਉੱਚੀ ਕਰਦੇ ਹੋਏ ਬੋਲੀ, ਭਲਾ ਛੋਟੇ ਵੱਡੇ ਕਮਰੇ ਦੀ ਗੱਲ ਕਿਉਂ ਨਹੀਂ ਆਏਗੀ? ਮੰਮੀ ਜੀ ਇਕੱਲੇ ਨੇ, ਫਿਰ ਵੀ ਉਹਨਾਂ ਨੂੰ ਵੱਡਾ ਕਮਰਾ ਦਿੱਤਾ ਹੋਇਆ ਹੈ, ਜਦੋਂ ਕਿ ਸਾਡੇ ਦੋਨਾਂ ਲਈ ਛੋਟਾ ਜਿਹਾ ਕਮਰਾ। ਭਲਾ ਮੇਰਾ ਸਮਾਨ ਕਿਵੇਂ ਐਡਜਸਟ ਹੋਵੇਗਾ? ਮੇਰੀ ਮੰਮੀ ਜੇ ਮੈਨੂੰ ਕੁਝ ਦੇ ਰਹੀ ਹੈ ਤਾਂ ਵੀ ਮੰਮੀ ਜੀ ਨੂੰ ਬੁਰਾ ਲੱਗ ਰਿਹਾ ਹੈ। ਮੈਂ ਸਫਾਈ ਕਰਦੇ ਸ਼ਾਪਿੰਗ ਕਰਨ ਚਲੀ ਗਈ ਤਾਂ ਉਹਨਾਂ ਨੇ ਪਿੱਛੇ ਤੋਂ ਸਫਾਈ ਤੱਕ ਨਹੀਂ ਕੀਤੀ। ਸੋਚਿਆ ਹੋਵੇਗਾ ਬਹੂ ਆਪੇ ਆ ਕੇ ਕਰ ਲਵੇਗੀ। ਘਰ ਦੀ ਨੌਕਰਾਣੀ ਸਮਝ ਰੱਖਿਆ ਤੁਸੀਂ ਮੈਨੂੰ। ਘਰ ਦਾ ਸਾਰਾ ਕੰਮ ਕਰਾਂ, ਆਫਿਸ ਦਾ ਕੰਮ ਕਰਾਂ। ਮੈਂ ਇਨਸਾਨ ਹਾਂ, ਕਦੋਂ ਤੱਕ ਅਤਿਆਚਾਰ ਸਹਿੰਦੀ ਰਹਾਂ? ਉਸ ਦੀ ਗੱਲ ਸੁਣ ਕੇ ਕੁਲਜੀਤ ਕੌਰ ਬੋਲੀ, ਅਤਿਆਚਾਰ? ਸਿਮਰਨ, ਤੂੰ ਛੋਟੀ ਜਿਹੀ ਗੱਲ ਨੂੰ ਕਿੱਥੇ ਤੋਂ ਕਿੱਥੇ ਲੈ ਕੇ ਜਾ ਰਹੀ ਹੈ? ਤੇਰੇ 'ਤੇ ਭਲਾ ਕੌਣ ਅਤਿਆਚਾਰ ਕਰ ਰਿਹਾ? ਤੁਸੀਂ ਤਾਂ ਬੋਲੋ ਹੀ ਨਾ ਮੰਮੀ ਜੀ, ਇਹ ਸਭ ਤੁਹਾਡਾ ਹੀ ਕਰਿਆ ਹੋਇਆ। ਤੁਸੀਂ ਚਾਹੁੰਦੇ ਹੀ ਨਹੀਂ ਕਿ ਅਸੀਂ ਖੁਸ਼ ਰਹੀਏ। ਤੁਸੀਂ ਤਾਂ ਬਸ ਆਪਣਾ ਹੱਕ ਜਮਾਉਣਾ ਚਾਹੁੰਦੇ ਹੋ। ਚੰਗੀ ਤਰ੍ਹਾਂ ਜਾਣਦੀ ਹਾਂ, ਮੈਂ ਇਹ ਜ਼ਮੀਨ ਪਾਪਾ ਜੀ ਦੀ ਹੈ। ਉਹਨਾਂ ਨੇ ਸਿਰਫ ਇੱਕ ਕਮਰਾ ਬਣਾਇਆ ਸੀ,
ਪਰ ਬਾਕੀ ਦਾ ਸਾਰਾ ਮਕਾਨ ਤਾਂ ਮੇਰੇ ਪਤੀ ਨੇ ਬਣਾਇਆ ਹੈ। ਸਿਮਰਨ ਨੇ ਉੱਚੀ ਆਵਾਜ਼ ਵਿੱਚ ਕੁਲਜੀਤ ਕੌਰ ਜੀ ਨੂੰ ਸਭ ਕੁਝ ਸੁਣਾ ਦਿੱਤਾ। ਇਹ ਗੱਲਾਂ ਸੁਰਜੀਤ ਸਿੰਘ ਤੋਂ ਬਰਦਾਸ਼ਤ ਨਾ ਹੋਈਆਂ ਤੇ ਅੱਗੇ ਵਧ ਕੇ ਉਸਨੇ ਸਿਮਰਨ ਦੇ ਇੱਕ ਥੱਪੜ ਜੜ ਦਿੱਤਾ। ਕੁਲਜੀਤ ਕੌਰ ਫਟਾਫਟ ਸੁਰਜੀਤ ਦੇ ਕੋਲ ਗਈ ਤੇ ਉਸਨੂੰ ਝਿੜਕਣ ਲੱਗੀ। ਸੁਰਜੀਤ, ਤੂੰ ਪਾਗਲ ਹੋ ਗਿਆ? ਇਹ ਤੇਰੀ ਪਤਨੀ ਹੈ, ਤੂੰ ਇਸ ਉੱਤੇ ਹੱਥ ਕਿਉਂ ਚੱਕਿਆ? ਕੀ ਇਹੀ ਸੰਸਕਾਰ ਦਿੱਤੇ ਨੇ ਮੈਂ ਤੈਨੂੰ? ਐਨੇ ਵਿੱਚ ਸਿਮਰਨ ਦੀ ਮੰਮੀ ਵਿੱਚ ਹੀ ਬੋਲ ਪਈ, ਭੈਣ ਜੀ ਇਹ ਸਭ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ। ਹੁਣ ਤਾਂ ਮਿਲ ਗਈ ਨਾ ਤੁਹਾਨੂੰ ਤਸੱਲੀ। ਮੈਂ ਆਪਣੀ ਕੁੜੀ ਇੱਥੇ ਮਾਰ ਖਾਣ ਨੂੰ ਨਹੀਂ ਦਿੱਤੀ। ਜਦੋਂ ਤੁਸੀਂ ਮੇਰੇ ਸਾਹਮਣੇ ਇਸ ਨਾਲ ਇਹੋ ਜਿਹਾ ਵਿਵਹਾਰ ਕਰ ਰਹੇ ਹੋ ਤਾਂ ਮੇਰੇ ਪਿੱਠ ਪਿੱਛੇ ਪਤਾ ਨਹੀਂ ਕੀ ਕੀ ਕਰਦੇ ਹੋਵੋਗੇ। ਮੇਰੀ ਕੁੜੀ ਮੈਨੂੰ ਭਾਰ ਨਹੀਂ, ਲੈ ਜਾਵਾਂਗੀ ਇਸ ਨੂੰ ਮੈਂ ਆਪਣੇ ਨਾਲ। ਸੁਰਜੀਤ ਆਪਣੀ ਸੱਸ ਨੂੰ ਕੁਝ ਕਹਿਣ ਲਈ ਅੱਗੇ ਵਧਿਆ ਤਾਂ ਕੁਲਜੀਤ ਕੌਰ ਨੇ ਸ਼ਾਂਤ ਰਹਿਣ ਦਾ ਇਸ਼ਾਰਾ ਕੀਤਾ ਤੇ ਅੱਗੇ ਵਧ ਕੇ ਸਿਮਰਨ ਨੂੰ ਬੋਲੀ, ਮੈਨੂੰ ਪਤਾ ਨਹੀਂ ਸੀ ਬੇਟਾ ਕਿ ਤੇਰੇ ਮਨ ਵਿੱਚ ਮੇਰੇ ਖਿਲਾਫ ਇੰਨਾ ਜ਼ਹਿਰ ਭਰਿਆ। ਮੈਨੂੰ ਤਾਂ ਲੱਗ ਰਿਹਾ ਸੀ ਕਿ ਤੂੰ ਮੈਨੂੰ ਆਪਣੀ ਮਾਂ ਵਰਗੀ ਇੱਜ਼ਤ ਦਿੰਦੀ ਹੈ। ਤੁਸੀਂ ਤੇ ਮੇਰੀ ਮੰਮੀ? ਇੱਕ ਸੱਸ ਕਦੇ ਵੀ ਮਾਂ ਨਹੀਂ ਬਣ ਸਕਦੀ। ਇਸ ਦਾ ਸਬੂਤ ਵੇਖ ਲਿਆ ਤੁਸੀਂ। ਤੁਹਾਡੇ ਮੁੰਡੇ ਨੇ ਮੈਨੂੰ ਥੱਪੜ ਮਾਰ ਦਿੱਤਾ। ਪੈ ਗਈ ਨਾ ਤੁਹਾਡੇ ਕਲੇਜੇ ਵਿੱਚ ਠੰਡ। ਸਿਮਰਨ ਗੁੱਸੇ ਵਿੱਚ ਬਹੁਤ ਕੁਝ ਉਗਲ ਚੁੱਕੀ ਸੀ। ਉਸਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਕੀ ਬੋਲ ਗਈ ਹੈ। ਉਸੇ ਸਮੇਂ ਸੁਰਜੀਤ ਤੇ ਸਿਮਰਨ ਆਪਸ ਵਿੱਚ ਬਹਿਸ ਕਰਨ ਲੱਗੇ। ਠੀਕ ਹੈ ਪੁੱਤ, ਮੈਂ ਤੁਹਾਡੀ ਗ੍ਰਸਤੀ ਵਿੱਚੋਂ ਅੱਡ ਹੋ ਜਾਵਾਂਗੀ। ਅਚਾਨਕ ਕੁਲਜੀਤ ਕੌਰ ਨੇ ਅਜਿਹਾ ਕਹਿਣ ਨਾਲ ਉੱਥੇ ਚੁੱਪੀ ਛਾ ਗਈ। ਮੰਮੀ, ਤੁਸੀਂ ਇਹ ਕੀ ਕਹਿ ਰਹੇ ਹੋ? ਭਲਾ ਤੁਸੀਂ ਕਿਉਂ ਅੱਡ ਹੋਵੋਗੇ? ਸੁਰਜੀਤ ਉਹਨਾਂ ਨੂੰ ਰੋਕਣ ਲੱਗਾ ਤਾਂ ਕੁਲਜੀਤ ਕੌਰ ਨੇ ਉਸਨੂੰ ਰੋਕਦੇ ਹੋਏ ਕਿਹਾ, ਕਿਉਂਕਿ ਮੈਂ ਤੁਹਾਨੂੰ ਦੋਨਾਂ ਨੂੰ ਅੱਡ ਹੁੰਦੇ ਹੋਏ ਨਹੀਂ ਵੇਖ ਸਕਦੀ। ਉਂਝ ਵੀ ਮੈਂ ਆਪਣੀ ਜ਼ਿੰਦਗੀ ਸਨਮਾਨ ਨਾਲ ਜਿਉਣਾ ਚਾਹੁੰਦੀ ਹਾਂ। ਇੰਨਾ ਕਹਿ ਕੇ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਸਿਮਰਨ ਆਪਣੀ ਮੰਮੀ ਦੇ ਨਾਲ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ ਤੇ ਸੁਰਜੀਤ ਸਿੰਘ ਉਸੇ ਹਾਲ ਵਿੱਚ ਇੱਕ ਪਾਸੇ ਸਿਰ ਫੜ ਕੇ ਬੈਠਾ ਰਿਹਾ। ਲਗਭਗ ਅੱਧੇ ਘੰਟੇ ਬਾਅਦ ਕੁਲਜੀਤ ਕੌਰ ਆਪਣੇ ਸਮਾਨ ਦੇ ਨਾਲ ਆਪਣੇ ਕਮਰੇ ਤੋਂ ਬਾਹਰ ਨਿਕਲ ਆਈ ਤੇ ਬਾਹਰ ਵਾਲੇ ਕਮਰੇ ਦੇ ਦਰਵਾਜ਼ੇ ਕੋਲ ਆ ਕੇ ਖੜੀ ਹੋ ਗਈ। ਉਸ ਨੂੰ ਵੇਖ ਕੇ ਸੁਰਜੀਤ ਨੇ ਕਿਹਾ, ਮੰਮੀ ਇਹ ਸਭ ਕੀ ਹੈ? ਸੁਰਜੀਤ, ਆਪਣੀ ਪਤਨੀ ਨੂੰ ਕਹਿ ਕਿ ਮੇਰੇ ਪਤੀ ਦੇ ਬਣਾਏ ਹੋਏ ਕਮਰੇ ਨੂੰ ਖਾਲੀ ਕਰ ਦੇਵੇ। ਅੱਜ ਤੋਂ ਮੈਂ ਉਸੇ ਕਮਰੇ ਵਿੱਚ ਰਹਾਂਗੀ, ਕੁਲਜੀਤ ਕੌਰ ਨੇ ਦ੍ਰਿੜਤਾ ਨਾਲ ਕਿਹਾ। ਸੁਰਜੀਤ ਨੇ ਆਪਣੀ ਮਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਆਖਿਰਕਾਰ ਸੁਰਜੀਤ ਨੇ ਖੁਦ ਜਾ ਕੇ ਕਮਰਾ ਖਾਲੀ ਕੀਤਾ ਤੇ ਕੁਲਜੀਤ ਕੌਰ ਨੇ ਆਪਣਾ ਸਾਰਾ ਸਮਾਨ ਰੱਖ ਲਿਆ। ਨਾ ਹੀ ਸਿਰਫ ਆਪਣਾ ਸਮਾਨ ਰੱਖਿਆ ਬਲਕਿ ਆਪਣੀ ਰਸੋਈ ਵੀ ਇਸੇ ਕਮਰੇ ਵਿੱਚ ਬਣਾ ਲਈ ਤੇ ਆਪਣੇ ਪਤੀ ਦੀ ਪੈਨਸ਼ਨ ਨਾਲ ਹੀ ਗੁਜ਼ਾਰਾ ਕਰਨ ਲੱਗੀ। ਉਹਨਾਂ ਨੇ ਸਿਮਰਨ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ। ਪਰ ਸੁਰਜੀਤ ਫਿਰ ਵੀ ਰੋਜ਼ ਉਹਨਾਂ ਕੋਲ ਜਾ ਕੇ ਉਹਨਾਂ ਦਾ ਹਾਲ ਚਾਲ ਜ਼ਰੂਰ ਪੁੱਛਦਾ ਤੇ ਉਹ ਵੀ ਆਪਣੇ ਪੁੱਤ ਨਾਲ ਗੱਲ ਤਾਂ ਕਰਦੀ ਪਰ ਉਸ ਤੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਾ ਲੈਂਦੀ। ਖੈਰ, ਇੱਧਰ ਸਿਮਰਨ ਦੀ ਮੰਮੀ ਨੇ ਬੜੀ ਖੁਸ਼ੀ-ਖੁਸ਼ੀ ਸਿਮਰਨ ਦਾ ਸਮਾਨ ਉਸਦੀ ਸੱਸ ਦੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ। ਜਿਸ ਦਿਨ ਸਿਮਰਨ ਦੀ ਮੰਮੀ ਨੇ ਜਾਣਾ ਸੀ ਉਸ ਦਿਨ ਸੁਰਜੀਤ ਬਹਾਨਾ ਕਰਕੇ ਉਸਨੂੰ ਸਟੇਸ਼ਨ 'ਤੇ ਛੱਡਣ ਨਾ ਗਿਆ ਤਾਂ ਸਿਮਰਨ ਨੂੰ ਹੀ ਉਹਨਾਂ ਨੂੰ ਛੱਡਣ ਲਈ ਸਟੇਸ਼ਨ ਜਾਣਾ ਪਿਆ। ਗੱਡੀ ਦਾ ਇੰਤਜ਼ਾਰ ਕਰਦੇ ਵਕਤ ਉਸਦੀ ਮੰਮੀ ਦੇ ਫ਼ੋਨ 'ਤੇ ਉਸਦੀ ਭਾਬੀ ਦਾ ਫ਼ੋਨ ਆਇਆ। ਉਸਦੀ ਭਾਬੀ ਨੂੰ ਉਸਦੀ ਮੰਮੀ ਨੇ ਫ਼ੋਨ 'ਤੇ ਹੀ ਖਰੀਆਂ ਖੋਟੀਆਂ ਸੁਣਾ ਦਿੱਤੀਆਂ ਤੇ ਫ਼ੋਨ ਰੱਖ ਦਿੱਤਾ। ਇਹ ਵੇਖ ਕੇ ਸਿਮਰਨ ਨੇ ਪੁੱਛਿਆ, ਮੰਮੀ ਤੁਸੀਂ ਭਾਬੀ ਨਾਲ ਇਹ ਕਿਵੇਂ ਗੱਲ ਕਰ ਰਹੇ ਸੀ? ਐਵੇਂ ਕਿਵੇਂ ਨਾ ਗੱਲ ਕਰਾਂ? ਇਹਨਾਂ ਨੂੰਹਾਂ ਨੂੰ ਜਿੰਨਾ ਦਬਾ ਕੇ ਰੱਖੋ ਉਨਾ ਹੀ ਚੰਗਾ। ਮੇਰੀ ਮਰਜ਼ੀ ਤੋਂ ਬਗੈਰ ਆਪਣੇ ਪੇਕੇ ਜਾਣ ਦਾ ਪ੍ਰੋਗਰਾਮ ਕਿਵੇਂ ਬਣਾ ਸਕਦੀ ਹੈ? ਘਰ ਮੇਰਾ ਤੇ ਮੇਰਾ ਹੀ ਰਹੇਗਾ, ਉਹ ਆਪਣੀ ਮਨਮਰਜ਼ੀ ਕਿਵੇਂ ਚਲਾ ਸਕਦੀ ਹੈ? ਮੰਮੀ ਦੀ ਗੱਲ ਸੁਣ ਕੇ ਸਿਮਰਨ ਹੈਰਾਨ ਰਹਿ ਗਈ। ਆਪਣੀ ਮੰਮੀ ਦੇ ਦੋਹਰੇ ਚਰਿੱਤਰ ਨੂੰ ਵੇਖ ਕੇ ਉਸਨੂੰ ਆਪਣੀ ਸੱਸ ਕੁਲਜੀਤ ਕੌਰ ਜੀ ਦੀ ਯਾਦ ਆਈ। ਕੁਲਜੀਤ ਕੌਰ ਜੀ ਨੇ ਉਸਨੂੰ ਕਦੇ ਟੋਕਿਆ ਤੱਕ ਨਹੀਂ, ਬਲਕਿ ਉਹ ਤਾਂ ਉਸਦੀ ਹਰ ਕੰਮ ਵਿੱਚ ਮਦਦ ਕਰਦੀ ਸੀ। ਫਿਰ ਵੀ ਮੰਮੀ ਦੇ ਕਹਿਣ 'ਤੇ ਉਸਨੇ ਉਸਨਾਂ ਨਾਲ ਅਜਿਹਾ ਵਿਵਹਾਰ ਕੀਤਾ। ਉਸਨੂੰ ਆਪਣੇ ਆਪ 'ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਤੇ ਆਪਣੇ ਆਪ 'ਤੇ ਗੁੱਸਾ ਵੀ ਆ ਰਿਹਾ ਸੀ। ਕਿਉਂ ਉਸਨੇ ਥੋੜ੍ਹਾ ਵੀ ਆਪਣੇ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ, ਬਸ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਘਰ ਵਿਗਾੜ ਲਿਆ। ਪਰ ਉਹ ਆਪਣੀ ਮੰਮੀ ਨੂੰ ਕੁਝ ਕਹਿ ਵੀ ਨਹੀਂ ਸੀ ਸਕਦੀ। ਘਰ ਆ ਕੇ ਉਸਨੇ ਸੁਰਜੀਤ ਤੇ ਆਪਣੀ ਸੱਸ ਤੋਂ ਮਾफ़ੀ ਮੰਗੀ। ਕੁਲਜੀਤ ਕੌਰ ਨੇ ਉਸਨੂੰ ਮਾफ़ ਤਾਂ ਕਰ ਦਿੱਤਾ ਪਰ ਆਪਣੇ ਮਾਣ ਸਨਮਾਨ ਲਈ ਉਸੇ ਕਮਰੇ ਵਿੱਚ ਰਹੀ। ਉਸੇ ਕਮਰੇ ਵਿੱਚ ਆਪਣਾ ਖਾਣਾ ਬਣਾਉਂਦੀ ਤੇ ਆਪਣੀ ਗੁਜ਼ਰ ਬਸਰ ਕਰਦੀ। ਹੁਣ ਥੋੜ੍ਹਾ ਬਹੁਤ ਸਿਮਰਨ ਨਾਲ ਗੱਲ ਕਰ ਲੈਂਦੀ ਸੀ ਪਰ ਉਹਨਾਂ ਗੱਲਾਂ ਦੀ ਟੀਸ ਹਜੇ ਵੀ ਬਾਕੀ ਹੈ। ਇਹ ਸਭ ਸੋਚਦੇ ਹੋਏ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸਿਮਰਨ ਨੇ ਆਪਣੀ ਮੰਮੀ ਨੂੰ ਨਨਦ ਦੇ ਘਰ ਭੇਜਣ ਲਈ ਸੁਰਜੀਤ ਨੂੰ ਕਹਿ ਤਾਂ ਦਿੱਤਾ
ਪਰ ਫਿਰ ਉਸਨੇ ਸੋਚਿਆ, ਆਖਿਰ ਅਜਿਹਾ ਕਦੋਂ ਤੱਕ ਚੱਲੇਗਾ? ਕਦੋਂ ਤੱਕ ਆਪਣੀ ਮੰਮੀ ਦੇ ਆਉਣ 'ਤੇ ਆਪਣੀ ਸੱਸ ਨੂੰ ਇਸ ਤਰ੍ਹਾਂ ਘਰ ਤੋਂ ਬਾਹਰ ਭੇਜਦੀ ਰਹੇਗੀ? ਇਸ ਸਮੱਸਿਆ ਦਾ ਕੋਈ ਨਾ ਕੋਈ ਤਾਂ ਹੱਲ ਕੱਢਣਾ ਹੀ ਪਵੇਗਾ। ਅਗਲੀ ਸਵੇਰ ਉਸਨੇ ਉੱਠਦੇ ਹੀ ਸੁਰਜੀਤ ਨੂੰ ਮਨਾ ਕਰ ਦਿੱਤਾ ਕਿ ਮੰਮੀ ਜੀ ਇੱਥੇ ਹੀ ਰਹਿਣਗੇ, ਕਿਤੇ ਨਹੀਂ ਜਾਣਗੇ। ਅਤੇ ਇਸ ਵਾਰ ਉਸਨੇ ਠਾਣ ਲਿਆ ਸੀ ਕਿ ਪਿਛਲੀ ਵਾਰ ਦੀ ਤਰ੍ਹਾਂ ਉਹ ਆਪਣੀ ਮੰਮੀ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਘਰ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵੇਗੀ। ਅਗਲੇ ਦਿਨ ਸਿਮਰਨ ਦੀ ਮੰਮੀ ਵੀ ਆ ਗਈ, ਪਰ ਇਸ ਵਾਰ ਕੁਲਜੀਤ ਕੌਰ ਜੀ ਨੇ ਇੱਕ ਨਿਸ਼ਚਿਤ ਦੂਰੀ ਬਣਾਈ ਰੱਖੀ। ਇਸ ਦੇ ਬਾਵਜੂਦ ਵੀ ਆਪਣੀ ਆਦਤ ਅਨੁਸਾਰ ਜਦੋਂ ਸਿਮਰਨ ਦੀ ਮੰਮੀ ਨੇ ਉਸਦੇ ਕੰਨ ਭਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵਾਰ ਸਿਮਰਨ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ, ਮੰਮੀ ਤੁਸੀਂ ਭਾਬੀ ਨਾਲ ਕਿੰਨਾ ਬੁਰਾ ਵਿਵਹਾਰ ਕਰਦੇ ਹੋ, ਜਦੋਂ ਕਿ ਮੇਰੀ ਸੱਸ ਨੇ ਮੇਰੇ ਨਾਲ ਕਦੇ ਗਲਤ ਵਿਵਹਾਰ ਨਹੀਂ ਕੀਤਾ। ਇਸ ਦੇ ਬਾਵਜੂਦ ਵੀ ਤੁਸੀਂ ਮੰਮੀ ਜੀ ਨੂੰ ਗਲਤ ਠਹਿਰਾਉਂਦੇ ਰਹੇ। ਤੁਸੀਂ ਬਿਨਾਂ ਕਿਸੇ ਵਜ੍ਹਾ ਤੋਂ ਉਹਨਾਂ 'ਤੇ ਹਮੇਸ਼ਾ ਸ਼ੱਕ ਕਰਦੇ ਸੀ, ਜਦੋਂ ਕਿ ਮੈਂ ਜਾਣਦੀ ਹਾਂ ਕਿ ਉਹਨਾਂ ਨੇ ਸੁਰਜੀਤ ਤੇ ਮੇਰੇ ਲਈ ਕਿੰਨਾ ਕੁਝ ਕੀਤਾ ਹੈ। ਮੰਮੀ, ਹਰ ਰਿਸ਼ਤੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਬਿਲਕੁਲ ਵੀ ਸਹੀ ਨਹੀਂ। ਪਿਛਲੀ ਵਾਰ ਵੀ ਤੁਸੀਂ ਜਿਸ ਤਰ੍ਹਾਂ ਮੇਰੇ ਮਨ ਵਿੱਚ ਮੰਮੀ ਜੀ ਦੇ ਖਿਲਾਫ ਗਲਤ ਫਹਿਮੀਆਂ ਪਾਈਆਂ ਤਾਂ ਉਹ ਬਿਲਕੁਲ ਠੀਕ ਨਹੀਂ ਸੀ। ਰਿਸ਼ਤਿਆਂ ਵਿੱਚ ਸਿਰਫ ਅਧਿਕਾਰ ਹੀ ਨਹੀਂ, ਸਮਝਦਾਰੀ ਅਤੇ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਅਤੇ ਹੁਣ ਮੈਂ ਇੰਨੀ ਸਮਝਦਾਰ ਹਾਂ ਕਿ ਆਪਣਾ ਭਲਾ ਬੁਰਾ ਸਮਝ ਸਕਦੀ ਹਾਂ। ਤੁਸੀਂ ਮੇਰੀ ਮਾਂ ਹੋ ਅਤੇ ਮੈਂ ਤੁਹਾਡਾ ਸਨਮਾਨ ਕਰਦੀ ਹਾਂ, ਪਰ ਮੰਮੀ ਜੀ ਵੀ ਮੇਰੀ ਮਾਂ ਵਰਗੇ ਨੇ ਅਤੇ ਉਹਨਾਂ ਦਾ ਅਪਮਾਨ ਮੈਂ ਬਰਦਾਸ਼ਤ ਨਹੀਂ ਕਰਾਂਗੀ। ਇਸ ਵਾਰ ਸਿਮਰਨ ਦੇ ਰੰਗ ਢੰਗ ਵੇਖ ਕੇ ਤਾਂ ਉਸਦੀ ਮੰਮੀ ਹੈਰਾਨ ਹੀ ਰਹਿ ਗਈ ਅਤੇ ਉਹ ਸਮਝ ਗਈ ਕਿ ਇਸ ਵਾਰ ਉਸਦੀ ਦਾਲ ਨਹੀਂ ਗਲਣ ਵਾਲੀ। ਹੁਣ ਉਹਨਾਂ ਦੀ ਧੀ ਆਪਣੀ ਗ੍ਰਹਸਥੀ ਵਿੱਚ ਉਹਨਾਂ ਦੀ ਦਖਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਵਾਰ 2 ਦਿਨ ਰਹਿ ਕੇ ਉਸਦੀ ਮੰਮੀ ਵਾਪਸ ਆਪਣੇ ਘਰ ਚਲੀ ਗਈ ਅਤੇ ਸਿਮਰਨ ਨੇ ਸੁੱਖ ਦਾ ਸਾਹ ਲਿਆ। ਅਤੇ ਹੁਣ ਸਿਮਰਨ ਨੇ ਠਾਣ ਲਿਆ ਸੀ ਕਿ ਉਸਦਾ ਅਗਲਾ ਕਦਮ ਹੋਵੇਗਾ ਆਪਣੀ ਸੱਸ ਨਾਲ ਪਹਿਲਾਂ ਜਿਹਾ ਰਿਸ਼ਤਾ ਕਾਇਮ ਕਰਨਾ, ਅਤੇ ਇਸ ਲਈ ਉਹ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਸੀ। ਤੁਹਾਨੂੰ ਇਹ ਨੂੰਹ ਦੀ ਸਮਝਦਾਰੀ ਕਿਹੋ ਜਿਹੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਣਾ। ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ। ਧੰਨਵਾਦ ਜੀ।